ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਇਮੀਗ੍ਰੇਸ਼ਨ ਦੇ ਮੁਤਲਕ ਜਾਣਕਾਰੀ ਸਾਂਝੀ ਕਰਾਂਗੇ। ਹਰ ਵਾਰ ਕੋਸ਼ਿਸ਼ ਹੁੰਦੀ ਹੈ ਕਿ ਜਿਉਂ-ਜਿਉਂ ਇਮੀਗ੍ਰੇਸ਼ਨ ਦੇ ਵਿੱਚ ਤਬਦੀਲੀਆਂ ਆਉਣ ਤੇ ਤੁਹਾਡੇ ਕੁਝ ਉਹਨਾਂ ਪ੍ਰਤੀ ਸ਼ੰਕੇ ਹੋਣ, ਉਹਨਾਂ ਨੂੰ ਨਿਵਰਤ ਕਰਨ ਦੇ ਵਾਸਤੇ ਕੁਝ ਇੱਕ ਮਹਿਮਾਨ ਜਿਨ੍ਹਾਂ ਦੀ ਮੁਹਾਰਤ ਹੈ ਇਮੀਗ੍ਰੇਸ਼ਨ ਦੇ ਉੱਤੇ, ਉਹਨਾਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕੀਤਾ ਜਾਵੇ। ਤੁਹਾਡੇ ਬਹੁਤ ਸਾਰੇ ਸਵਾਲ ਜਿਹੜੇ ਸਾਡੇ ਕੋਲ ਆਉਂਦੇ ਹੈ, ਉਹਨਾਂ ਨੂੰ ਸਾਡੇ ਮਹਿਮਾਨ ਦੇ ਅੱਗੇ ਪੇਸ਼ ਕੀਤਾ ਜਾਵੇ ਅਤੇ ਉਹਨਾਂ ਦੇ ਜਵਾਬ ਲੈ ਜਾਣ। ਅੱਜ ਵੀ ਇਸੇ ਲੜੀ ਤੇ ਕੜੀ ਦੇ ਵਿੱਚ ਵੀਜ਼ਾ ਲਿੰਕ ਤੋਂ ਗੁਰਮੀਤ ਸਿੱਧੂ ਸਾਹਿਬ ਸਾਡੇ ਮਹਿਮਾਨ ਰਹਿਣਗੇ। ਆਓ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਕੁਝ ਇੱਕ ਸਵਾਲ ਜਿਹੜੇ ਤੁਹਾਡੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਸਿੱਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੈਨੀਪਾਲ ਸਾਹਿਬ ਤੇ ਸਾਰੇ ਹੀ ਸਾਂਝਾ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਭਾਈ ਜੀ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ, ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ, ਲੋਕਾਂ ਦੇ ਤੌਖਲੇ ਵੀ ਵੱਧਦੇ ਰਹਿੰਦੇ ਆ। ਹਾਂਜੀ, ਹੁਣ ਇਕਨੋਮੀ ਹੌਲੀ-ਹੌਲੀ ਖੁੱਲ੍ਹਣ ਲੱਗੀ ਹੈ। ਹਾਂਜੀ, ਬਹੁਤ ਸਾਰੇ ਲੋਕ ਹੋਣਗੇ ਜਿਹੜੇ ਹਾਲੇ ਤੱਕ ਇਸੇ ਕਰਕੇ ਬੈਠੇ ਸੀ, ਯਾਰ ਆਪਾਂ ਨੂੰ ਕੰਮ ਹੀ ਤਾਂ ਚਾਹੀਦੀ ਹੈ, ਪਰ ਇਕਨੋਮੀ ਬੰਦ ਪਈ ਆ, ਕੰਮਕਾਰ ਉਸ ਸਕੇਲ ਤੇ ਚੱਲਦੇ ਨਹੀਂ। ਹਾਂਜੀ, ਪਰ ਤਲਾਸ਼ ਉਹ ਕਰਦੇ ਰਹੇ ਹੋਣਗੇ, ਕੰਮ ਹੀ ਮਿਲੇ ਨਹੀਂ। ਹਾਂਜੀ, ਹੁਣ ਇਕਨੋਮੀ ਖੋਲ੍ਹਣ ਦੇ ਨਾਲ ਲੋਕਾਂ ਨੂੰ ਕੰਮ ਵੀ ਵੱਧ ਉਹਨਾਂ ਨੂੰ ਜ਼ਰੂਰਤ ਪੈਣੀ ਹੈ, ਕੀ ਹੋਏਗਾ ਜੀ ਹੁਣ? ਦੇਖੋ ਜੀ, ਜਿਵੇਂ ਆਪਾਂ ਸਾਰਿਆਂ ਨੂੰ ਦੇਖ ਹੀ ਲਿਆ ਕਿ BC ਗਵਰਨਮੈਂਟ ਨੇ ਵੀ ਅਨਾਊਂਸਮੈਂਟ ਕਰਤੀ ਹੈਗੀ ਹੈ ਕਿ ਜਿਹੜੀ ਸਟੈਪ ਬਾਈ ਸਟੈਪ ਜਿਹੜੀ ਇਕਨੋਮੀ ਖੁੱਲ੍ਹਣੀ ਹੈ ਜੀ, ਤੇ ਸਾਰੇ ਹੀ ਕੈਨੇਡਾ ਦੇ ਵਿੱਚ ਸਾਰੀਆਂ ਹੀ ਪ੍ਰੋਵਿੰਸਿਸ ਨੇ ਆਪਣੇ ਜਿਹੜੇ ਪਲਾਨਸ ਹੈਗੇ ਉਹ ਤਿਆਰ ਕਰ ਲਏ ਹੈ ਜੀ। ਜਿਵੇਂ ਵੈਕਸੀਨੇਸ਼ਨ ਜ਼ਿਆਦਾ ਹੋਈ ਜਾਂਦੀ ਹੈ ਤੇ ਗਵਰਨਮੈਂਟ ਨੂੰ ਹੈਗਾ ਕਿ ਹੁਣ ਬਿਜ਼ਨਸਿਸ ਜਿਹੜੇ ਹੈਗੇ ਆ ਉਹ ਫੁੱਲੀ ਓਪਨ ਕੀਤੇ ਜਾਣ ਜੀ, ਤੇ ਜਿਹੜਾ ਉਹਦਾ ਮਾਸਟਰ ਪਲਾਨ ਆ ਉਹ ਤਿਆਰ ਹੈ। ਸੋ ਉਹਦੇ ਨਾਲ ਕੀ ਹੈ ਕਿ ਬਹੁਤ ਸਾਰੇ ਬਿਜ਼ਨਸਿਸ ਹੈਗੇ ਆ ਉਹ ਵੀ ਹੁਣ ਬੂਸਟ ਹੋ ਚੁੱਕੇ ਹੈ ਜੀ। ਜਿਵੇਂ ਜਿਹੜਾ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਹੈ ਉਹ ਇਸ ਵਕਤ ਜਿਹੜੀ ਬੂਸਟ ਹੋਣੀ ਹੈ ਇੰਡਸਟਰੀ, ਉਹ ਰੈਸਟੋਰੈਂਟ ਇੰਡਸਟਰੀ ਤੇ ਹੌਸਪਿਟੈਲਿਟੀ ਦੀ ਜਿਹੜੀ ਇੰਡਸਟਰੀ ਜਿਹੜੀ ਇੱਕਦਮ ਬੰਦ ਪਈ ਸੀ ਜੀ, ਉਹਦੇ ਵਿੱਚ ਬਹੁਤ ਵੱਡਾ ਉਛਾਲ ਆਉਣ ਵਾਲਾ ਹੈਗਾ ਜੀ। ਐਂਡ ਸਾਨੂੰ ਆਲਰੇਡੀ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਕੁਝ ਰੈਸਟੋਰੈਂਟ ਓਨਰਸ ਤੋਂ, ਜਾਂ ਹੋਟਲ ਜਿਹੜੇ ਓਨਰ ਹੈਗੇ ਆ ਜੀ, ਜਾਂ ਜਿਹੜੇ ਹੋਰ ਬਿਜ਼ਨਸ ਰਿਲੇਟਡ ਟੂ ਜਿਹੜੀ ਟੂਰਿਜ਼ਮ ਇੰਡਸਟਰੀ ਹੈਗੀ ਹੈ ਕਿ ਸਾਡੇ ਕੋਲ ਵਰਕਰਸ ਦੀ ਸ਼ਾਰਟੇਜ ਹੈਗੀ ਹੈ, ਸਾਨੂੰ ਸਮ ਹਾਊ ਵਰਕਰਸ ਦਿਵਾਓ ਕਿਤੋਂ ਨਾ ਕਿਤੋਂ ਜੀ। ਸੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਇਕਨੋਮੀ ਦੇ ਵਿੱਚ ਬੜਾ ਔਖਾ ਹੋਣ ਵਾਲਾ ਹੈ ਇੰਪਲੋਇਰਸ ਦੇ ਲਈ। ਐਂਡ ਉਹਦੇ ਲਈ ਕੀ ਹੈਗਾ ਕਿ ਮੈਂ ਫੋਰਨ ਵਰਕਰ ਪ੍ਰੋਗਰਾਮ ਜਿਹੜਾ ਹੈਗਾ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ ਚਲਾਇਆ ਜਾਂਦਾ ਹੈ, ਉਹਦੇ ਵਿੱਚ ਆਪਾਂ ਕੋਕਸ ਜਿਹੜੇ ਹੈਗੇ ਸ਼ੈਫਸ ਆ, ਜਾਂ ਜਿੰਨੀਆਂ ਵੀ ਹੋਰ ਇੰਡਸਟਰੀ, ਕੰਸਟਰਕਸ਼ਨ ਇੰਡਸਟਰੀ ਦਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੰਸਟਰਕਸ਼ਨ ਇੰਡਸਟਰੀ ਜਿਹੜੀ ਸੀਗੀ ਉਹ ਡੂਰਿੰਗ ਜਿਹੜਾ ਇਹ ਕੋਵਿਡ ਦਾ ਦੌਰ ਚੱਲਿਆ ਆਲਮੋਸਟ 1.5 ਸਾਲ ਤੋਂ, ਇਹ 'ਚ ਵੀ ਬਹੁਤ ਬੂਸਟ ਹੋਈ ਹੈ, ਬਹੁਤ ਜ਼ਿਆਦਾ। ਆਪਾਂ ਨੂੰ ਪਤਾ ਹਾਊਸਿੰਗ ਮਾਰਕੀਟ ਵਧੀਆ, ਸੋ ਨਾਲ ਦੀ ਨਾਲ ਜਿਹੜੇ ਘਰ ਵੀ ਜ਼ਿਆਦਾ ਬਣ ਰਹੇ ਆ, ਬਿਲਡਿੰਗਸ ਬਣ ਰਹੀਆਂ, ਅਪਾਰਟਮੈਂਟਸ ਬਣੀ ਜਾਂਦੇ ਆ, ਉਹਦੇ ਵਿੱਚ ਵੀ ਕੰਸਟਰਕਸ਼ਨ ਜਿਹੜੇ ਵਰਕਰਸ ਹੈਗੇ ਉਹਨੇ ਲੋੜ ਹੈ। ਜਿਹਦੇ ਵਿੱਚ ਮੈਂ ਮੇਨਲੀ ਗੱਲ ਕਰਾਂ ਜਿੰਨੇ ਵੀ ਆਪਣੇ ਪਲੰਬਰਸ ਹੈਗੇ ਆ, ਕਾਰਪੈਂਟਰ, ਇਲੈਕਟ੍ਰੀਸ਼ੀਅਨ, ਪਾਈਪ ਫਿਟਰਸ ਤੇ ਜਿਹੜੇ ਹੋਰ ਡਰਾਈਵਾਲ ਇੰਸਟਾਲਰ, ਪੇਂਟਰਸ ਹੁੰਦੇ ਆ। ਸੋ ਇਹ ਜਿਹੜੇ ਸਕਿਲਡ ਲੈਵਲ ਦੇ ਫਰੇਮਰ ਨੂੰ ਕਿਸੇ ਨੂੰ ਕੰਮ ਨਹੀਂ ਮਿਲ ਰਿਹਾ ਜੀ, ਨਹੀਂ ਮਿਲ ਰਿਹਾ ਜੀ। ਸਾਡੇ ਕੋਲ ਆਮ ਹੀ ਕਾਲਸ ਆਉਂਦੀਆਂ ਹੈਗੀਆਂ ਕਿ ਸਾਨੂੰ ਜੇਕਰ ਤੁਹਾਡੇ ਕੋਈ ਲਿੰਕ ਦੇ ਵਿੱਚੋਂ ਕੋਈ ਕੰਪਨੀ ਹੋਵੇ ਜਿਨ੍ਹਾਂ ਦੇ ਕੋਲ ਵਰਕਰਸ ਜ਼ਿਆਦਾ ਹੋਣ, ਜੇ ਤੁਸੀਂ ਪਲੇਸਮੈਂਟ ਏਜੰਸੀ ਨੂੰ ਡੀਲ ਕਰਦੇ ਆ ਤਾਂ ਸਾਨੂੰ ਵਰਕਰਸ ਦੀ ਲੋੜ ਹੈ। ਸੋ ਨਹੀਂ ਮਿਲ ਰਹੀ ਜੀ ਵਰਕਰ। ਸੋ ਉਹਨਾਂ ਨੂੰ ਮੈਂ ਇਹੀ ਕਹੂੰਗਾ ਜਿੰਨੇ ਵੀ ਇੰਪਲੋਇਰ ਜਿਹੜਾ ਇਸ ਵਕਤ ਸਟਰਗਲ ਕਰ ਰਹੇ ਆ ਕਿ ਫੋਰਨ ਵਰਕਰ ਪ੍ਰੋਗਰਾਮ ਇੱਕ ਬਹੁਤ ਵਧੀਆ ਜ਼ਰੀਆ ਹੈ ਕਿ ਤੁਹਾਨੂੰ ਸਕਿਲਡ ਵਰਕਰਸ ਮਿਲ ਸਕਦੇ ਆ, ਹੁਨਰਮੰਦ ਕੰਮ ਇਹ ਮਿਲ ਸਕਦੇ ਆ, ਪਰ ਉਹਦਾ ਜਿਹੜਾ ਪਲਾਨ ਹੈਗਾ ਉਹ 1 ਜਾਂ 2 ਮਹੀਨੇ ਪਹਿਲਾਂ ਤਿਆਰ ਹੋਣਾ ਚਾਹੀਦਾ ਹੈ। ਜੇ ਤੁਹਾਨੂੰ 2 ਜਾਂ 3 ਮਹੀਨੇ ਬਾਅਦ ਕੋਈ ਵੱਡਾ ਕੰਟਰੈਕਟ ਮਿਲਣ ਵਾਲਾ ਹੈ, ਜਾਂ ਰੈਸਟੋਰੈਂਟਸ ਓਪਨ ਹੋਣੇ ਹੈਗੇ ਆ, ਜਾਂ ਫਾਰਮਿੰਗ ਦਾ ਸੀਜ਼ਨ ਆ ਰਿਹਾ ਹੈਗਾ, ਜਾਂ ਫਾਰਮਿੰਗ ਦੇ ਸੀਜ਼ਨ 'ਚ ਵਰਕਰਸ ਨਹੀਂ ਮਿਲਣੇ, ਤਾਂ ਤੁਹਾਨੂੰ ਹੁਣੇ ਤੋਂ ਜਿਹੜਾ ਹੈਗਾ ਉਹ ਜੋਬ ਆਫਰ ਜਿਹੜੀਆਂ ਹੈਗੀਆਂ ਉਹ ਪਾਉਣੀਆਂ ਪੈਣੀਆਂ। ਸਰਵਿਸ ਕੈਨੇਡਾ ਰਿਕਰੂਟਮੈਂਟ ਦੀਆਂ ਜਿਹੜੀਆਂ ਐਫਰਟਸ ਉਹ ਮੰਗਦੀ ਹੈ, ਉਹਦੇ ਲਈ ਤੁਹਾਨੂੰ ਘੱਟੋ ਘੱਟ 28 ਡੇਜ਼ ਜਿਹੜੀ ਉਹ ਐਡਵਰਟਾਈਜ਼ਮੈਂਟ ਕੰਪੇਨ ਚਲਾਉਣੀ ਪੈਂਦੀ ਤਾਂ ਕਿ ਤੁਸੀਂ ਕੈਨੇਡੀਅਨਸ ਨੂੰ ਪਹਿਲਾਂ ਜਿਹੜਾ ਹੈਗਾ ਉਹ ਇੰਪ੍ਰੈਸ ਕਰ ਸਕੋ। ਜਿਹੜੇ ਕੈਨੇਡੀਅਨਸ ਜੋਬਲੈਸ ਹੈ, ਜੇ ਉਹਨਾਂ ਨੂੰ ਜੋਬ ਚਾਹੀਦੀ ਹੈ ਤਾਂ ਉਹ ਆ ਸਕਣ। ਜੇ ਨਹੀਂ ਮਿਲਦੇ ਵਰਕਰਸ ਫਿਰ ਵੀ ਤਾਂ ਤੁਸੀਂ ਬਾਹਰੋਂ ਵਰਕਰ ਜਿਹੜੇ ਹੈਗੇ ਉਹ ਮੰਗਾ ਸਕਦੇ ਆ ਜੀ। ਅੱਛਾ, ਜਿਹੜੀ 28 ਦਿਨ ਦੀ ਕੰਪੇਨ ਹੈ ਇਹ ਕਿੱਥੇ ਕਰਨੀ ਪੈਂਦੀ ਹੈ ਜੀ? ਇਹ ਵੱਖ-ਵੱਖ ਜਿਹੜੀਆਂ ਵੈਬਸਾਈਟਸ ਹੈਗੀਆਂ ਜੀ, ਗਵਰਨਮੈਂਟ ਦੀਆਂ ਮੇਨਲੀ 2 ਵੈਬਸਾਈਟਸ ਹੈਗੀਆਂ ਜੀ, ਜੋਬ ਬੈਂਕ ਹੈ ਤੇ ਵਰਕ BC ਹੈ ਜੀ। ਹਾਂ, ਇਹ 2 ਵੈਬਸਾਈਟ ਜਿਹੜੀਆਂ ਮਸਟ ਹੈ ਜੀ, ਇਹਦੇ ਉੱਪਰ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀਆਂ ਇਹ ਵੈਬਸਾਈਟਸ ਹੈਗੀਆਂ ਇਹ ਵਰਲਡ ਵਾਈਡ ਕੋਈ ਵੀ ਬੰਦਾ ਦੇਖ ਸਕਦਾ ਜੀ। ਜਿਵੇਂ ਹੋਰ ਬਹੁਤ ਸਾਰੀਆਂ ਵੈਬਸਾਈਟ ਹੈਗੀਆਂ, ਜਿਵੇਂ ਇੰਡੀਡ ਹੈਗੀ ਹੈ,
ਜਾਂ ਉਹਦੇ ਵਿੱਚ ਕੀ ਹੈਗਾ ਕਿ ਕੁਝ ਵੈਬਸਾਈਟਸ ਇਵੇਂ ਦੀਆਂ ਹੁੰਦੀਆਂ ਹੈ ਜਿਨ੍ਹਾਂ ਨੂੰ ਮਸਟ ਤੁਸੀਂ ਟਾਰਗੇਟ ਕਰਨਾ ਹੁੰਦਾ ਹੈ, ਜਿਹਦੇ ਵਿੱਚ ਕੁਝ ਵੈਬਸਾਈਟਸ ਇੰਡੀਜੀਨਸ ਪੀਪਲ ਨੂੰ ਰਿਲੇਟਡ ਹੁੰਦੀਆਂ ਹੈ। ਅੱਛਾ ਜੀ। ਕਿ ਤੁਸੀਂ ਉਹਨਾਂ ਨੂੰ ਵੀ ਟਾਰਗੇਟ ਕਰਨਾ ਹੈ। ਕੁਝ ਨਿਊ ਕਮਰਸ ਦੀਆਂ ਹੁੰਦੀਆਂ, ਜਿਹੜੇ ਨਵੇਂ ਇੱਥੇ ਲੋਕ ਆਏ ਹੈਗੇ, ਉਹਨਾਂ ਨੂੰ ਉਹ ਜੌਬਲੈਸ ਹੁੰਦੇ ਆ, ਉਹਨਾਂ ਨੂੰ ਵੀ ਤੁਸੀਂ ਟਾਰਗੇਟ ਕਰਨਾ ਹੁੰਦਾ ਹੈ। ਸੋ ਆਲਮੋਸਟ 10 ਤੋਂ 12 ਜਗ੍ਹਾ 'ਤੇ ਜਿਹੜੀ ਵੈਬਸਾਈਟਸ ਜਿਹੜੀਆਂ ਹੈਗੀਆਂ ਜੀ, ਉਹਦੇ ਉੱਪਰ ਤੁਹਾਨੂੰ ਐਡਵਰਟਾਈਜ਼ਮੈਂਟ ਚਲਾਉਣੀ ਪੈਂਦੀ ਹੈ, ਫਿਰ ਹੀ ਤੁਸੀਂ ਕੰਮ ਹੈ ਜਿਹੜੇ ਬਾਹਰੋਂ ਮੰਗਾ ਸਕਦੇ ਆ। ਇਹਦਾ ਮਤਲਬ ਸਰਕਾਰ ਨੂੰ ਦੱਸਣਾ ਪੈਂਦਾ ਹੈ ਕਿ ਅਸੀਂ ਇੱਥੇ ਟਰਾਈ ਕਰ ਲਈਏ, ਹਾਂਜੀ, ਇੱਥੋਂ ਸਾਨੂੰ ਮਿਲਿਆ ਨਹੀਂ। ਹਾਂਜੀ, ਐਂਡ ਸਾਰਿਆਂ ਨੂੰ ਪਤਾ ਹੈ ਜੀ ਕਿ ਜਦੋਂ ਵਰਕਰਸ ਤੁਹਾਨੂੰ ਸਿਰਫ ਉਹੀ ਕੰਮ ਬਾਹਰੋਂ ਆ ਸਕਦੇ ਆ ਜਿਹੜੇ ਕੈਨੇਡਾ ਦੇ ਵਿੱਚੋਂ ਨਹੀਂ ਮਿਲਦੇ ਜੀ, ਜਿਨ੍ਹਾਂ ਦੀ ਵਿੱਚੋਂ ਸ਼ਾਰਟੇਜ ਆ। ਪਰ ਫਿਰ ਵੀ ਹਰੇਕ ਇੰਪਲੋਇਰ ਦੀ ਇਹ ਕੋਸ਼ਿਸ਼ ਰਹਿੰਦੀ ਹੈ, ਐਂਡ ਅਸੀਂ ਵੀ ਹਮੇਸ਼ਾ ਹੀ ਜਿਹੜੇ ਇੰਪਲੋਇਰਸ ਹੈਗੇ ਉਹਨਾਂ ਨੂੰ ਇਹ ਗਾਈਡ ਕਰਦੇ ਆ ਕਿ ਪਹਿਲਾਂ ਤੁਸੀਂ ਅੰਦਰੋਂ ਟਰਾਈ ਕਰੋ, ਪਹਿਲਾਂ ਤੁਸੀਂ ਕੈਨੇਡੀਅਨਸ ਨੂੰ ਟਾਰਗੇਟ ਕਰੋ, ਪਰਮਾਨੈਂਟ ਰੈਜ਼ੀਡੈਂਟਸ ਨੂੰ ਟਾਰਗੇਟ ਕਰੋ। ਜੇਕਰ ਤੁਹਾਨੂੰ ਅੰਦਰੋਂ ਕੰਮ ਨਹੀਂ ਮਿਲਦੇ, ਫਿਰ ਤੁਸੀਂ ਬਾਹਰੋਂ ਕੰਮ ਮੰਗਾ ਸਕਦੇ ਆ ਜੀ। ਐਂਡ ਕੁਛ ਇੰਡਸਟਰੀ, ਜਿਵੇਂ ਮੈਂ ਪਹਿਲਾਂ ਨਾਂ ਲਿਆ, ਰੈਸਟੋਰੈਂਟ ਇੰਡਸਟਰੀ ਹੈਗੀ ਹੈ, ਕੁੱਕ ਨੇ, ਸ਼ੈਫ ਨੇ, ਹਾਂਜੀ, ਫੂਡ ਇੰਡਸਟਰੀ ਪ੍ਰੋਸੈਸਿੰਗ ਦਾ ਕੰਮ ਆ, ਜਿੱਥੇ ਫੂਡ ਪ੍ਰੋਸੈਸ ਹੁੰਦਾ ਜੀ। ਜਿਵੇਂ ਲੈਟਸ ਸੇ ਫੋਰ ਐਗਜ਼ਾਮਪਲ ਕੋਈ ਆਟੇ ਦੀ ਮਿੱਲ ਹੈਗੀ ਹੈ, ਜਾਂ ਜਿੱਥੇ ਕਿਤੇ ਕੋਈ ਪੀਜ਼ਾ ਡੋ ਬਣਦੀ ਹੈ। ਮੀਟ ਇੰਡਸਟਰੀ ਹੈਗੀ ਹੈ ਜੀ, ਜਾਂ ਕੰਸਟਰਕਸ਼ਨ ਦੇ ਰਿਲੇਟਡ ਟਰੱਕਿੰਗ ਇੰਡਸਟਰੀ ਹੈ, ਫਾਰਮਿੰਗ ਇੰਡਸਟਰੀ ਹੈ। ਇਹ ਇਵੇਂ ਦੀ ਇੰਡਸਟਰੀਜ਼ ਹੈਗੀਆਂ ਜਿਹਦੇ ਵਿੱਚ ਵਰਕਰ ਸੱਚੀ ਮੁੱਚੀ ਸ਼ਾਰਟੇਜ ਹੈਗੀ ਹੈ, ਬਹੁਤ ਵੱਡੀ ਸ਼ਾਰਟੇਜ ਹੈ ਜੀ। ਬਿਲਕੁਲ। ਇੱਕ ਮੈਨੂੰ ਹੁਣ ਇਹ ਦੱਸੋ, ਤੁਸੀਂ ਕਿਹਾ ਕਿ ਘੱਟੋ ਘੱਟ 2 ਮਹੀਨੇ ਜਾਂ ਮਹੀਨਾ ਪਹਿਲਾਂ ਤਿਆਰੀ ਬੜੀ ਲਾਜ਼ਮੀ ਹੈ। ਹਾਂਜੀ। ਉਸ ਤਿਆਰੀ ਦੇ ਵਿੱਚ ਇਸ ਵੈਬਸਾਈਟ ਤੋਂ ਇਲਾਵਾ ਕੰਪਨੀ ਕਿੰਨੀ ਕੁ ਨਵੀਂ ਹੋਵੇ, ਕਿੰਨੀ ਕੁ ਪੁਰਾਣੀ ਹੋਵੇ, ਕਿਸ ਤਰ੍ਹਾਂ ਦੀ ਤਿਆਰੀ ਉਹਨਾਂ ਨੂੰ ਚਾਹੀਦੀ ਹੈ ਜੀ? ਦੇਖੋ, ਜੇ ਕੋਈ ਕੰਪਨੀ ਕੰਮ ਇਹ ਮੰਗਾਉਣਾ ਚਾਹੁੰਦੀ ਹੈ, ਲੈਟਸ ਸੇ ਕੰਸਟਰਕਸ਼ਨ ਇੰਡਸਟਰੀ ਹੈਗੀ ਹੈ, ਤਾਂ ਸਭ ਤੋਂ ਪਹਿਲਾਂ ਤਾਂ ਗੁੱਡ ਸਟੈਂਡਿੰਗ 'ਚ ਹੋਣਾ ਬੜਾ ਜ਼ਰੂਰੀ ਹੈ ਜੀ। ਕਿ ਉਹਨਾਂ ਦੇ ਕੋਲੇ ਆਪਣੀ ਪ੍ਰੋਪਰ ਲਾਇਸੈਂਸਿੰਗ, ਕੀ ਉਹ ਕੰਪਨੀ ਰਜਿਸਟਰਡ ਹੈਗੀ ਆ, ਜਾਂ ਉਹਨਾਂ ਨੇ ਆਪਣੇ ਲਾਇਸੈਂਸ ਜਿਹੜੇ ਹੈਗੇ ਉਹ ਰੀਨਿਊ ਕਰਾ ਰੱਖੇ ਹੈਗੇ ਆ, ਉਹ ਐਕਟਿਵ ਹੈਗੇ ਆ ਕਰੰਟਲੀ। ਦੂਸਰਾ ਜਿਹੜਾ ਹੈਗਾ ਸਭ ਤੋਂ ਵੱਡੀ ਚੀਜ਼ ਹੈਗੀ ਹੈ ਜੀ, ਕੰਪਨੀ ਫਾਈਨੈਂਸ਼ੀਅਲੀ ਗੁੱਡ ਸਟੈਂਡਿੰਗ 'ਚ ਚਾਹੀਦੀ ਹੈ। ਕਿ ਜੇਕਰ ਲੈਟਸ ਸੇ ਉਹਨਾਂ ਨੇ 2 ਜਾਂ 4 ਵਰਕਰ ਬਾਹਰੋਂ ਬੁਲਾਉਣੇ ਆ, ਤਾਂ ਉਹਨਾਂ ਕੋਲ ਇਹਨਾਂ ਫਾਈਨੈਂਸ਼ੀਅਲਸ ਹੋਣੇ ਚਾਹੀਦੇ ਆ ਕਿ ਉਹ ਉਹਨਾਂ ਨੂੰ ਜਿਹੜਾ ਹੈਗਾ ਤਨਖਾਹ ਦੇ ਸਕਣ, ਸੈਲਰੀ ਦੇ ਸਕਣ, ਝੱਲ ਸਕਣ। ਐਂਡ ਦੂਸਰਾ ਜਿਹੜਾ ਹੈਗਾ, ਉਹਨਾਂ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰੋਪਰ ਹੋਣੀਆਂ ਚਾਹੀਦੀਆਂ। ਤੁਸੀਂ ਪਿਛਲੇ ਕੁਝ ਸਮੇਂ ਦੇ ਦੌਰਾਨ ਕਿਸੇ ਨੂੰ ਲੇ ਆਫ ਨਹੀਂ ਕੀਤਾ ਹੋਣਾ ਚਾਹੀਦਾ, ਕਿਉਂਕਿ ਇੱਕ ਪਾਸੇ ਤੁਸੀਂ ਲੇ ਆਫ ਕਰ ਰਹੇ ਹੋ, ਦੂਸਰੇ ਪਾਸੇ ਤੁਸੀਂ ਵਰਕਰਸ ਮੰਗਾ ਰਹੇ ਹੋ। ਸੋ ਤੁਹਾਡੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੰਟਰੈਕਟਸ ਹੈਗੇ ਆ, ਕੀ ਤੁਹਾਡੇ ਕੋਲੇ ਕੰਮ ਹੈਗਾ, ਕਿੰਨਾ ਤੁਸੀਂ ਕੰਮ ਫੜਿਆ ਹੋਇਆ ਹੈ, ਉਹ ਸਾਰੇ ਜਿਹੜੇ ਪ੍ਰੋਜੈਕਟਸ ਹੈਗੇ ਆ ਉਹ ਤੁਹਾਨੂੰ ਦਿਖਾਉਣੇ ਪੈ ਸਕਦੇ ਆ। ਸੋ ਇਹ ਸਾਰੇ ਡਾਕੂਮੈਂਟ ਤੁਹਾਡੇ ਹੱਥ 'ਚ ਹੋਣੇ ਚਾਹੀਦੇ ਆ ਜੀ। ਅੱਛਾ, ਜਦੋਂ ਮੰਨ ਲਓ ਵੀ ਬੰਦਾ ਆਪਣੇ ਕੰਮ ਦਾ ਹੀ ਨਹੀਂ ਸੀ, ਆਪਾਂ ਰੱਖਿਆ ਹੋਇਆ ਸੀ, ਕਿਸੇ ਕਾਰਨ ਕਰਕੇ ਉਹਨੂੰ ਕੰਪਨੀ 'ਚੋਂ ਫਾਰਗ ਕਰਨਾ ਪੈ ਗਿਆ, ਚੱਲ ਬਈ ਤੂੰ ਤਾਂ ਕੰਮ ਹੀ ਨਹੀਂ ਕਰਦਾ, ਇਹੋ ਜਿਹੀ ਸਿਚੁਏਸ਼ਨ ਹੋਵੇ ਕਿ ਉਹਨੂੰ ਐਕਸਪਲੇਨ ਕੀਤਾ ਜਾ ਸਕਦਾ ਕਿ ਇਹਨੂੰ ਅਸੀਂ ਫਾਇਰ ਕਿਉਂ ਕੀਤਾ ਤੇ ਹਾਇਰ ਨਵਾਂ ਕਰ ਰਹੇ ਹਾਂ? ਜਦੋਂ ਵੀ ਤੁਸੀਂ ਕਿਸੇ ਇੰਪਲੋਈ ਨੂੰ ਹਟਾਉਣੇ ਆ, ਮੈਂ ਹਮੇਸ਼ਾ ਐਡਵਾਈਸ ਕਰਦਾ ਹੁੰਦਾ ਜੀ, ਤਾਂ ਤੁਸੀਂ ਇੰਪਲੋਇਮੈਂਟ ਸਟੈਂਡਰਡ ਨੂੰ ਜ਼ਰੂਰ ਦੱਸ ਦਿਆ ਕਰੋ। ਜਾਂ ਜਿਹੜਾ ਸਰਵਿਸ ਸਟੈਂਡਰਡ ਡਿਪਾਰਟਮੈਂਟ ਹੈਗਾ ਇੰਪਲੋਇਮੈਂਟ ਨੂੰ ਡੀਲ ਕਰਦਾ ਆ, ਉਹਨੂੰ ਦੱਸਣਾ ਬੜਾ ਜ਼ਰੂਰੀ ਹੁੰਦਾ ਆ ਕਿ ਕੀ ਕਾਰਨ ਬਣੇ ਆ। ਜੇ ਮੰਨ ਲਓ ਲੈਟਸ ਸੇ ਕੋਈ ਵਰਕਰ ਕੰਮ ਹੀ ਨਹੀਂ ਕਰਦਾ ਜੀ, ਉਹ ਸਿਰਫ ਤੁਹਾਡੇ ਕੋਲੋਂ ਫ੍ਰੀ ਦੇ ਪੈਸੇ ਲੈਣੇ ਚਾਹੁੰਦਾ ਹੈ ਜਾਂ ਟਾਈਮ ਪਾਸ ਕਰਦਾ ਹੈ, ਤੁਸੀਂ ਉਹਨੂੰ ਹਟਾ ਦਿੱਤਾ ਜਾਂ ਤੁਸੀਂ ਉਹਨੂੰ ਫਾਇਰ ਕਰ ਦਿੱਤਾ, ਤਾਂ ਆਲਵੇਜ਼ ਬੈਟਰ ਹੁੰਦਾ ਕਿ ਤੁਸੀਂ ਇਨਫੋਰਮ ਕਰ ਦਿਓ। ਸੋ ਜੇ ਤੁਸੀਂ ਇਨਫੋਰਮ ਕੀਤਾ ਹੋਇਆ ਬੈਟਰ ਹੈ। ਜੇ ਤੁਸੀਂ ਫੋਰਨ ਵਰਕਰ ਅਪਲਾਈ ਕਰਦੇ ਆ ਤਾਂ ਤੁਸੀਂ ਉਹਦੀ ਐਕਸਪਲੇਨੇਸ਼ਨ ਜ਼ਰੂਰ ਦੇਣੀ ਹੈ ਕਿ ਕਿਹੜੇ ਕਾਰਨ ਕਰਕੇ ਅਸੀਂ ਵਰਕਰ ਨੂੰ ਹਟਾਇਆ ਸੀ ਜਾਂ ਫਾਇਰ ਕੀਤਾ ਸੀਗਾ। ਸੋ ਤੁਹਾਡੇ ਕੋਲ ਪ੍ਰੋਪਰ ਐਕਸਪਲੇਨੇਸ਼ਨ ਹੋਣੀ ਬੜੀ ਜ਼ਰੂਰੀ ਹੈ। ਐਂਡ ਇੱਥੇ ਕਈ ਵਾਰੀ ਕੀ ਹੁੰਦਾ ਹੈ ਕਿ ਬਹੁਤ ਸਾਰੇ ਸਾਡੇ ਕੋਲ ਇੰਪਲੋਇਰਸ ਐਵੇਂ ਦੇ ਹੁੰਦੇ ਆ ਜਿਨ੍ਹਾਂ ਦੇ ਆਪਣੇ ਟੱਚ ਦੇ ਵਿੱਚ ਫੋਰਨ ਵਰਕਰ ਹੁੰਦੇ ਆ ਜੀ ਬਾਹਰੋਂ। ਜਿਵੇਂ ਲੈਟਸ ਸੇ ਕੋਈ ਕੰਸਟਰਕਸ਼ਨ ਵਰਕਰ ਬੁਲਾਉਣਾ ਚਾਹੁੰਦੇ ਐਂਡ ਉਹਨਾਂ ਨੂੰ ਪਤਾ ਹੈ ਕਿ ਸਾਡਾ ਕੋਈ ਰਿਸ਼ਤੇਦਾਰ ਭੈਣ ਭਰਾ ਦੁਬਈ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਜਾਂ ਸਿੰਗਾਪੁਰ ਮਲੇਸ਼ੀਆ 'ਚ ਕਰ ਰਿਹਾ, ਤੁਸੀਂ ਉਹਨੂੰ ਬੁਲਾਉਣਾ ਚਾਹੁੰਦੇ, ਤੁਸੀਂ ਉਹਨੂੰ ਵੀ ਇਸ ਪ੍ਰੋਗਰਾਮ ਦੇ ਅੰਡਰ ਬੁਲਾ ਕੇ ਇੱਥੇ ਵਰਕ ਪਰਮਿਟ ਤੇ ਲਿਆ ਸਕਦੇ ਆ ਐਂਡ ਫਰਦਰ ਉਹ ਬੰਦਾ PR ਵੀ ਹੋ ਸਕਦਾ ਜੀ। ਅੱਛਾ, ਹੁਣ ਇਹਦੇ 'ਚ ਕੋਈ ਰਿਕੁਆਇਰਮੈਂਟ ਦਾ ਫਰਕ ਪੈਂਦਾ ਜੀ ਕਿ ਇੱਕ ਬੰਦੇ ਨੂੰ ਅਸੀਂ ਦੁਬਈ ਤੋਂ ਸੱਦਣਾ, ਸਿੰਗਾਪੁਰ ਮਲੇਸ਼ੀਆ ਤੋਂ, ਜਾਂ ਕਿਸੇ ਨੂੰ ਪੰਜਾਬ ਤੋਂ ਸੱਦਣਾ? ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਗਵਰਨਮੈਂਟ ਦੀਆਂ ਇਮੀਗ੍ਰੇਸ਼ਨ ਦੀਆਂ ਸੇਮ ਰਹਿੰਦੀਆਂ ਜੀ ਸਾਰਿਆਂ ਦੇ ਲਈ। ਐਟਲੀਸਟ ਗ੍ਰੇਡ 12 ਹੋਣਾ ਚਾਹੀਦਾ ਹੈ, ਘੱਟੋ ਘੱਟ 2 ਤੋਂ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ, ਤੇ ਸਰਟਨ ਲੈਵਲ ਆਫ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਹੈਗੀ ਆ ਉਹ ਹੋਣੀ ਚਾਹੀਦੀ ਹੈ। ਜੇ ਤੁਸੀਂ ਕਿਸੇ ਟੈਕਨੀਕਲ ਸਕਿੱਲ 'ਚ ਵਰਕਰ ਨੂੰ ਬੁਲਾ ਰਹੇ ਹੋ, ਲੈਟਸ ਸੇ ਕੋਈ ਡੀਜ਼ਲ ਮਕੈਨਿਕ ਮੰਗਾ ਰਿਹਾ, ਤਾਂ ਜੇਕਰ ਡੀਜ਼ਲ ਮਕੈਨਿਕ ਦਾ ਡਿਪਲੋਮਾ ਹੈਗਾ ਤਾਂ ਉਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ। ਨਾਲ ਉਹਦੇ 5 ਬੈਂਡ ਆਇਲਟਸ ਹੋਣੇ ਚਾਹੀਦੇ ਆ, ਅਤੇ 3 ਸਾਲ ਦਾ ਜੇਕਰ ਐਕਸਪੀਰੀਅੰਸ ਹੈ ਤਾਂ ਵੀਜ਼ਾ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਜੀ। ਆਪਾਂ ਨੂੰ ਕਿਉਂਕਿ ਆਪਾਂ ਗਾਰੰਟੀ ਤਾਂ ਦੇ ਨਹੀਂ ਸਕਦੇ, ਵੀਜ਼ਾ ਲੱਗਣ ਦੇ ਚਾਂਸ ਹੁੰਦੇ ਆ, ਪਰ ਬਹੁਤ ਸਾਰੇ ਲੋਕਾਂ ਦਾ ਵੀਜ਼ਾ ਰਿਫਿਊਜ਼ ਵੀ ਹੁੰਦਾ ਜੀ। ਹਾਂਜੀ, ਜੇ ਮੰਨ ਲਓ ਤੁਸੀਂ ਫੋਰਨ ਵਰਕਰ 2-4 ਹਾਇਰ ਕੀਤੇ ਸੀ, ਉਹਨਾਂ 'ਚੋਂ 1-2 ਦਾ ਵੀਜ਼ਾ ਲੱਗ ਗਿਆ, 2 ਦਾ ਰਿਫਿਊਜ਼ ਹੋ ਗਿਆ, ਕਿ ਜਿਹੜੇ ਵਰਕਰ ਦਾ ਵੀਜ਼ਾ ਰਿਫਿਊਜ਼ ਹੋਇਆ ਉਹਦੀ ਕੋਈ ਅਪੀਲ ਕੀਤੀ ਜਾ ਸਕਦੀ ਹੁੰਦੀ? ਬਿਲਕੁਲ ਜੀ, ਹਮੇਸ਼ਾ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇੰਪਲੋਇਰ ਸੀਗਾ ਉਹ ਐਲੀਜੀਬਲ ਸੀਗਾ, ਉਹਨੇ ਆਪਣੀਆਂ ਰਿਕੁਆਇਰਮੈਂਟ ਸਾਰੀਆਂ ਮੀਟ ਕੀਤੀਆਂ ਆ, ਫਾਈਨੈਂਸ਼ੀਅਲੀ ਗੁੱਡ ਸਟੈਂਡਿੰਗ ਦੇ ਵਿੱਚ ਹੈਗਾ ਆ ਜੀ, ਅਤੇ ਉਹਦੇ ਕੋਲੇ ਐਨਫ ਵਰਕ ਹੈਗਾ ਆ ਫਿਊਚਰ ਦੇ ਵਿੱਚ ਕਿ ਉਹ ਵਰਕ ਦੇ ਸਕਦਾ ਹੈ,
ਅਤੇ ਉਸ ਤੋਂ ਦੂਸਰੇ ਪਾਸੇ ਐਪਲੀਕੈਂਟ ਜਿਹੜਾ ਹੈਗਾ ਜੀ ਉਹ ਵੀ ਐਲੀਜੀਬਲ ਆ, ਉਹ ਸਾਰੀਆਂ ਕੰਡੀਸ਼ਨਸ ਮੀਟ ਕਰਦਾ ਹੈ, ਪੂਰੀਆਂ ਕਰਦਾ ਹੈ, ਪਰ ਫਿਰ ਵੀ ਜੇ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਹਮੇਸ਼ਾ ਮੈਂ ਕਹਿੰਦਾ ਹੁੰਦਾ ਕਿ ਕੋਰਟ ਦੇ ਵਿੱਚ ਚੈਲੰਜ ਕਰਨਾ ਚਾਹੀਦਾ, ਜਿਹਨੂੰ ਜੁਡੀਸ਼ੀਅਲ ਰਿਵਿਊ ਕਿਹਾ ਜਾਂਦਾ ਜੀ। JR ਦੇ ਥਰੂ ਅਸੀਂ ਫੈਡਰਲ ਕੋਰਟ ਦੇ ਵਿੱਚ ਜਿਹੜਾ ਵੀ ਇਮੀਗ੍ਰੇਸ਼ਨ ਆਫਿਸਰ ਨੇ ਡਿਸੀਜਨ ਦਿੱਤਾ ਆ, ਚਾਹੇ ਉਹ ਕੌਂਸੂਲੇਟ ਦੇ ਵਿੱਚ ਡਿਸੀਜਨ ਬਾਹਰੋਂ ਗਿਆ ਜੀ, ਚਾਹੇ ਉਹ ਇਨਸਾਈਡ ਕੈਨੇਡਾ ਆ, ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੁੰਦੇ ਆ। ਐਂਡ ਜਦੋਂ ਜੱਜ ਨੂੰ ਲੱਗਦਾ ਹੈ ਕਿ ਜਿਹੜਾ ਡਿਸੀਜਨ ਹੈ ਗਲਤ ਦਿੱਤਾ ਗਿਆ ਹੈ, ਜਾਂ ਇਸ ਦੇ ਵਿੱਚ ਕੁਛ ਜਿਹੜੇ ਪੱਖ ਸੀਗੇ ਜਾਂ ਕੁਛ ਰੀਜ਼ਨ ਸੀਗੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਡਿਸੀਜਨ ਦੇਣ ਦੇ ਸਮੇਂ, ਤਾਂ ਤੁਸੀਂ ਜਿਹੜਾ ਜੱਜ ਹੈਗਾ ਉਹ ਉਸ ਜਿਹੜੀ ਐਪਲੀਕੇਸ਼ਨ ਨੂੰ ਦੁਬਾਰਾ ਰਿਵਿਊ ਲਈ ਭੇਜ ਸਕਦਾ ਹੈ, ਜਿਸ ਦੇ ਵਿੱਚ ਬਹੁਤ ਜਿਹੜੇ ਆਫੀਸਰਸ ਹੈਗੇ ਉਹ ਵੀਜ਼ਾ ਦੇ ਦਿੰਦੇ ਆ। ਅੱਛਾ, ਉਹ 'ਚ ਰਿਵਿਊ ਦੇ ਲਈ ਜਦੋਂ ਜਾਂਦਾ ਹੈ ਕੇਸ ਦੁਬਾਰਾ, ਹਾਂਜੀ, ਕੀ ਕੋਈ ਨਵੇਂ ਐਵੀਡੈਂਸ ਦਿੱਤੇ ਜਾ ਸਕਦੇ ਹੁੰਦੇ ਆ ਜਾਂ ਸਿਰਫ ਰਿਵਿਊ ਹੀ ਕੀਤਾ ਜਾਂਦਾ ਜੀ? ਨਹੀਂ ਜੀ, ਜਦੋਂ ਕੋਈ ਐਪਲੀਕੇਸ਼ਨ ਨਵੀਂ ਪਾਉਣੇ ਰਿਵਿਊ ਲਈ ਜਾਂਦੀ ਹੈ ਜੀ, ਤਾਂ ਜਿਹੜੇ ਪ੍ਰੈਜ਼ੈਂਟ ਫੈਕਟਸ ਹੈਗੇ ਆ ਸਿਰਫ ਉਹਨਾਂ ਨੂੰ ਹੀ ਦੁਬਾਰਾ ਜਿਹੜਾ ਹੈਗਾ ਤੁਸੀਂ ਰੱਖ ਸਕਦੇ ਆ। ਨਵਾਂ ਫੈਕਟ ਉਹਦੇ ਵਿੱਚ ਜਿਹੜਾ ਹੈਗਾ ਜਾਂ ਡਾਕੂਮੈਂਟ ਉਹ ਇਨਕਲੂਡ ਨਹੀਂ ਕੀਤਾ ਜਾ ਸਕਦਾ। ਪਰ ਕਈ ਵਾਰੀ ਦੇਖਿਆ ਜਾਂਦਾ ਜੀ ਕਿ ਬਹੁਤ ਐਲੀਜੀਬਲ ਐਪਲੀਕੈਂਟ ਹੁੰਦੇ ਆ ਐਂਡ ਆਫਿਸਰ ਫॉर नो ਰੀਜ਼ਨ ਰਿਫਿਊਜ਼ ਕਰ ਦਿੰਦੇ ਆ ਜੀ ਐਪਲੀਕੇਸ਼ਨ। ਉਹ ਜੇ ਕੇਸਿਸ ਦੇ ਵਿੱਚ ਜਿਹੜਾ ਜੁਡੀਸ਼ੀਅਲ ਰਿਵਿਊ ਜ਼ਰੂਰ ਪਾਉਣਾ ਚਾਹੀਦਾ ਹੈ, ਤਾਂ ਕਿ ਜੇਕਰ ਜੇ ਤੁਸੀਂ ਜੁਡੀਸ਼ੀਅਲ ਰਿਵਿਊ ਪਾਉਂਦੇ ਰਹੋਗੇ ਤਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਜਾਂ ਐਲੀਜੀਬਲ ਐਪਲੀਕੇਸ਼ਨਸ ਹੈਗੀਆਂ ਉਹਨਾਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋਊਗਾ, ਕਿਉਂਕਿ ਜਦੋਂ ਜੱਜ ਓਵਰ ਰੂਲ ਕਰ ਦਿੰਦਾ ਹੈ ਡਿਸੀਜਨ ਨੂੰ, ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਅਸੀਂ ਫॉर नो ਰੀਜ਼ਨ ਐਪਲੀਕੇਸ਼ਨ ਨੂੰ ਅਸੀਂ ਰਿਫਿਊਜ਼ ਕਰਾਂਗੇ ਤਾਂ ਜਿਹੜਾ ਐਪਲੀਕੈਂਟ ਹੈਗਾ ਜੁਡੀਸ਼ੀਅਲ ਰੂਲ ਹੀ ਜਾ ਸਕਦਾ ਹੈ। ਬਗੈਰ ਕਿਸੇ ਰੀਜ਼ਨ ਤੋਂ ਕਿੰਨੀ ਕੁ ਸੰਭਾਵਨਾ ਹੁੰਦੀ ਹੈ ਜੀ ਕਿ ਰਿਫਿਊਜ਼ਲ ਲੱਗ ਜਾਏ? ਜਿੱਥੋਂ ਤੱਕ ਮੈਨੂੰ ਲੱਗਦਾ ਜੀ ਕਿ ਇੰਡੀਅਨ ਕੌਂਸੂਲੇਟ ਦੇ ਵਿੱਚ ਜੀ 30% 25-30% ਕਾਫੀ ਵੱਡਾ ਨੰਬਰ ਹੈ। ਵੱਡਾ ਨੰਬਰ ਹੈ ਜੀ। ਉੱਥੇ ਐਪਲੀਕੇਸ਼ਨ ਜਿਹੜੀਆਂ ਹੁੰਦੀਆਂ ਰਿਫਿਊਜ਼ ਹੁੰਦੀਆਂ ਆ, ਕਿਉਂਕਿ ਥੋੜਾ ਜਿਹਾ ਆਪਣਾ ਵੀ ਰੈਪੂਟੇਸ਼ਨ ਨਹੀਂ ਵਧੀਆ ਹੈਗਾ ਕਿ ਆਪਾਂ ਦੇਖੋ ਇੱਥੇ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ, ਅਸੀਂ ਜਾਲੀ ਕੰਮ ਬਥੇਰੇ ਕੀਤੇ ਆ, ਕਿਤੇ ਨਾ ਕਿਤੇ ਸਾਰੇ ਹੀ ਚੰਗੇ ਬੰਦੇ ਵੀ ਸ਼ੱਕ ਦੇ ਘੇਰੇ 'ਚ। ਬਿਲਕੁਲ ਜੀ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਅੱਜ ਤੋਂ ਜਦੋਂ ਆਪਾਂ 20-25 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਉਦੋਂ ਕੀ ਹੁੰਦਾ ਸੀ, ਮੈਂ ਇੱਥੇ ਉਦਾਹਰਨ ਦੇਣਾ ਚਾਹੂੰਗਾ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ, ਜਿਹੜੇ ਵਿਆਹ ਵਾਲੇ ਕੇਸ ਸੀਗੇ ਜੀ, ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਪਹਿਲਾਂ ਔਰ ਜਿਹੜੇ ਜੈਨੂਇਨ ਕੇਸਿਸ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਫੇਕ ਕੇਸ ਆਫੀਸਰ ਕੱਢ ਲੈਂਦੇ ਸੀਗੇ ਜੀ ਕਿ ਇਹ ਜਾਲੀ ਵਿਆਹ ਵਾਲਾ ਕੇਸ ਸਾਡੇ ਕੋਲੇ ਆ ਗਿਆ। ਅੱਜ ਤੋਂ ਮੈਂ 25 ਸਾਲ ਪਹਿਲਾਂ ਦੀ ਗੱਲ ਕਰਦਾ ਹਾਂ ਜੀ। ਉਸ ਤੋਂ ਬਾਅਦ ਜਿਹੜਾ ਹੁਣ ਦਾ ਟ੍ਰੈਂਡ ਚੱਲਦਾ ਜੀ, ਹੁਣ ਉਲਟ ਹੋ ਗਿਆ ਜੀ ਕੰਮ। ਹੁਣ ਉਹ ਹਰੇਕ ਐਪਲੀਕੇਸ਼ਨ ਨੂੰ ਫੇਕ ਵਿਆਹ ਵਾਂਗੂ ਦੇਖਦੇ ਆ, ਸ਼ੱਕ ਦੀ ਨਿਗਾਹ ਨਾਲ ਦੇਖਦੇ ਆ, ਐਂਡ ਉਹਦੇ ਵਿੱਚ ਓਰੀਜਨਲ ਕੇਸ ਕੱਢਦੇ ਆ ਜੀ, ਜੈਨੂਇਨ ਕੇਸ ਕੱਢਦੇ ਆ, ਜੈਨੂਇਨ ਵਿਆਹ ਵਾਲੇ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਬਹੁਤੇ ਕੇਸ ਜਿਹੜੇ ਹੈਗੇ ਆ ਇਹ ਫੇਕ ਮੈਰਿਜ ਵਾਲੇ ਆ, ਕਿਉਂਕਿ ਖਾਸ ਤੌਰ ਤੇ ਜਦੋਂ ਦਾ ਸਟੂਡੈਂਟ ਵੀਜ਼ਾ ਸ਼ੁਰੂ ਹੋਇਆ ਜੀ ਤਾਂ ਉਹਦੇ ਵਿੱਚ ਜਿਹੜੇ ਜ਼ਿਆਦਾ ਜਿਹੜੇ ਫੇਕ ਮੈਰਿਜਸ ਵਾਲੇ ਜਿਹੜੇ ਕੇਸ ਆ ਰਹੇ, ਕਿਉਂਕਿ ਉਹਦੇ ਵਿੱਚ ਕੀ ਆ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੁੰਡੇ ਵਾਲੇ ਜਾਂ ਕੁੜੀ ਵਾਲੇ ਫੀਸ ਜਿਹੜੀ ਸਾਂਝੀ ਭਰ ਲੈਂਦੇ ਆ ਜੀ, ਤੇ ਉਹ ਸਮਝਦੇ ਆ ਕਿ ਜੇਕਰ ਕੁੜੀ ਚਲੀ ਜਾਊ ਜਾਂ ਮੁੰਡਾ ਚਲਾ ਜਾਊ ਤਾਂ ਉਹਦੇ ਨਾਲ ਕੁੜੀ ਵੀ ਜਿਹੜੀ ਹੈਗੀ ਉਹ ਸਪਾਊਸਲ ਦੇ ਵਿੱਚ ਚਲੇ ਜਾਊ, ਸਿੱਧੀ ਕੈਨੇਡਾ ਪਹੁੰਚ ਜਾਊਗੀ। ਸੋ ਉਹ ਜਿਹੜਾ ਹੈਗਾ ਉਹ ਇੱਕ ਵਧੀਆ ਜਿਹੜਾ ਹੈਗਾ ਜੀ, ਆਪਾਂ ਜਿਹੜਾ ਤਜਰਬਾ ਉਹ ਗਲਤ ਹੋ ਰਿਹਾ ਸਾਰਾ, ਤਾਂ ਉਹਦੇ ਵਿੱਚ ਨਹੀਂ ਕਰਨਾ ਚਾਹੀਦਾ ਜੀ। ਉਹ ਸਾਰੇ ਉਹਦੇ ਸ਼ੱਕੀ ਹੁੰਦੇ ਆ ਜੀ। ਜਿਹੜੀ ਤੁਸੀਂ ਸਿੱਧੂ ਸਾਹਿਬ ਹੁਣੀ ਗੱਲ ਕਹੀ ਨਾ, ਮੈਂ ਇੱਥੋਂ ਇੱਕ ਵਾਰੀ ਪੁਲਿਸ ਆਫੀਸਰ ਨੂੰ ਪੁੱਛਣ ਲੱਗ ਪਿਆ, ਮੈਂ ਕਿਹਾ ਯਾਰ ਤੁਸੀਂ ਹਰੇਕ ਬੰਦੇ ਨੂੰ ਸ਼ੱਕੀ ਜਿਹਾ ਕੋਈ ਸਮਝ ਜਾਂਦੇ ਹੋ? ਹਾਂਜੀ। ਜਿਹੜੀ ਤੁਸੀਂ ਹੁਣੀ ਗੱਲ ਕੀਤੀ ਆ ਕਿ ਆਫੀਸਰ ਵਾਸਤੇ ਹਰ ਇੱਕ ਕੇਸ ਫੇਕ ਹੈ, ਹਾਂਜੀ, ਉਹਨੇ ਦੇਖਣਾ ਬਰੀਕ ਝਾਰਨਾ ਲਾਉਣਾ ਉਹਨੇ, ਹਾਂਜੀ। ਉਹ ਕਹਿੰਦੇ ਸਾਡੇ ਵਾਸਤੇ ਹਰੇਕ ਬੰਦਾ ਸਸਪੈਕਟ ਹੈ। ਬਿਲਕੁਲ, ਜੇ ਅਸੀਂ ਹਰੇਕ ਨੂੰ ਸਸਪੈਕਟ ਨਾ ਸਮਝੀਏ ਤਾਂ ਅਸੀਂ ਦੋਸ਼ੀ ਨਾ ਫੜ ਸਕੀਏ, ਅਸੀਂ ਮੁਲਜ਼ਮ ਕਦੇ ਨਾ ਫੜ ਸਕੀਏ। ਉਹਨਾਂ ਨੂੰ ਟ੍ਰੇਨਿੰਗ ਹੀ ਇਸ ਢੰਗ ਨਾਲ ਦਿੱਤੀ ਜਾਂਦੀ ਹੈ ਜੀ ਕਿ ਉਹਨਾਂ ਨੇ ਹਰੇਕ ਕੇਸ ਨੂੰ ਜਿਹੜਾ ਹੁੰਦਾ ਉਹ ਸ਼ੱਕੀ ਨਿਗਾਹ ਨਾਲ ਦੇਖਣਾ ਹੁੰਦਾ ਹੈ, ਐਂਡ ਆਲਵੇਜ਼ ਜਿਹੜਾ ਸੱਚਾ ਬੰਦਾ ਹੁੰਦਾ ਹੈ ਜਦੋਂ ਸਟੇਟਮੈਂਟ ਦਿੰਦਾ ਹੈ ਤਾਂ ਉਹਨਾਂ ਦਾ ਇੰਨਾ ਤਜਰਬਾ ਹੁੰਦਾ ਆਫੀਸਰਸ ਦਾ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹਦੀ ਸਟੇਟਮੈਂਟ ਜਿਹੜੀ ਉਹ ਸਹੀ ਹੈ। ਪਰ ਜਿਹੜਾ ਬੰਦਾ ਝੂਠਾ ਹੁੰਦਾ ਜੀ ਉਹ ਪੈਰਾਂ 'ਚੋਂ ਬੜੀ ਜਲਦੀ ਨਿਕਲ ਜਾਂਦਾ ਹੈ। ਪਰ ਕਈ ਵਾਰੀ ਚੰਗੇ ਕੇਸ ਜਿਸ ਤਰ੍ਹਾਂ ਰਿਫਿਊਜ਼ ਕਰ ਦਿੱਤੇ ਜਾਂਦੇ ਨੇ, ਰਿਵਿਊ ਦੇ ਵਿੱਚੋਂ ਨਿਕਲੇ ਆਉਂਦੇ ਆ ਜੀ, ਨਿਕਲਦੇ ਆ। ਅਸੀਂ ਆਲਵੇਜ਼ ਪਿਛਲੇ ਵੀਕ ਹੀ ਸਾਡੇ 2 ਕੇਸ ਜਿਹੜੇ ਹੈਗੇ ਆ ਜੀ ਉਹ ਜੱਜ ਨੇ ਓਵਰਰੂਲ ਕੀਤੇ ਆ ਜੀ, ਦੁਬਾਰਾ ਰਿਵਿਊ ਲਈ ਭੇਜੇ ਆ। ਅੱਛਾ, ਹੁਣ ਮੈਨੂੰ ਇਹ ਦੱਸਿਓ, ਇਹ ਤਾਂ ਤੁਸੀਂ ਇੱਥੋਂ ਦੱਸ ਦਿੱਤੀ ਕਿ ਮਹੀਨਾ 2 ਮਹੀਨੇ ਪਹਿਲਾਂ ਤਿਆਰੀ ਕਰਨੀ ਪਊਗੀ ਬੰਦੇ ਨੂੰ, ਕੰਪਨੀ ਨੇ ਜੇ ਕਿਸੇ ਨੇ ਵਰਕਰ ਸੱਦਣਾ, ਤੇ ਜਿਹੜੇ ਨੇ ਆਉਣਾ ਉਹਨੂੰ ਵੀ ਤਾਂ ਕੋਈ ਤਿਆਰੀ ਕਰਨੀ ਪੈਂਦੀ ਹੋਣੀ ਹੈ ਜੀ? ਹਾਂਜੀ ਬਿਲਕੁਲ। ਜਦੋਂ ਵੀ ਆਪਾਂ ਕੋਈ ਐਪਲੀਕੇਸ਼ਨ ਪਾਉਣੇ ਆ ਤਾਂ ਇੰਪਲੋਇਰ ਨੇ ਬੜੀ ਸਟਰਗਲ ਕਰਕੇ ਜਿਹੜਾ ਹੈਗਾ ਉਹ ਜੋਬ ਆਫਰ ਸਰਵਿਸ ਕੈਨੇਡਾ ਤੋਂ ਅਪਰੂਵ ਕਰਾਈਆਂ ਹੁੰਦੀਆਂ, ਅਤੇ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ, ਹਮੇਸ਼ਾ ਅਸੀਂ ਇਹੀ ਗਾਈਡ ਕਰਦੇ ਹਾਂ ਕਿ ਤੁਸੀਂ ਐਲੀਜੀਬਲ ਬੰਦਾ ਜਿਹੜਾ ਹੈਗਾ, ਐਲੀਜੀਬਲ ਐਪਲੀਕੈਂਟ ਹੈ, ਕੈਂਡੀਡੇਟ ਆ, ਤੁਸੀਂ ਉਹਦੀ ਹਮੇਸ਼ਾ ਸ਼ਾਂਤੀ ਕਰਕੇ ਲੈ ਕੇ ਆਓ। ਉਹਦੇ ਕੋਲੇ ਘੱਟੋ ਘੱਟ 3 ਸਾਲ ਦਾ ਤਜਰਬਾ ਹੋਵੇ, ਇੰਗਲਿਸ਼ ਦੇ ਵਿੱਚੋਂ ਘੱਟੋ ਘੱਟ, ਜੇ ਸਕਿਲਡ ਆ ਰਹੇ ਆ ਤੁਸੀਂ, ਸਕਿਲਡ ਵਰਕਰ ਦੇ ਤੌਰ 'ਤੇ ਆ ਰਹੇ ਆ ਜਾਂ ਟ੍ਰੇਡਮੈਨ ਦੇ ਤੌਰ 'ਤੇ ਆ ਰਹੇ ਆ, ਤਾਂ ਘੱਟੋ ਘੱਟ 5 ਬੈਂਡ ਹੋਣੇ ਬੜੇ ਜ਼ਰੂਰੀ ਹੈ। ਅਤੇ ਦੂਸਰਾ ਜਿਹੜਾ ਹੈਗਾ ਜੀ, ਤੁਹਾਡੇ ਕੋਲੇ ਕੋਈ ਵੀ ਟੈਕਨੀਕਲ ਵੋਕੇਸ਼ਨਲ ਡਿਪਲੋਮਾ ਜਾਂ ਡਿਗਰੀ ਹੋਣੀ ਬੜੀ ਜ਼ਰੂਰੀ ਹੈ ਜੀ। ਜੇ ਲੈਟਸ ਸੇ
ਕੋਈ ਬੰਦਾ ਕਾਰਪੈਂਟਰ ਦੇ ਤੌਰ ਤੇ ਆ ਰਿਹਾ ਤਾਂ ਕਾਰਪੈਂਟਰੀ ਦਾ ਜੇ ITI ਦਾ ਡਿਪਲੋਮਾ ਕੀਤਾ ਹੈ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਜੇਕਰ ਕੋਈ ਬੰਦਾ ਵੈਲਡਰ ਆ ਰਿਹਾ ਤਾਂ ਵੈਲਡਰ ਦਾ ਡਿਪਲੋਮਾ ਹੋਣਾ ਚਾਹੀਦਾ। ਜੇ ਕੁੱਕ ਆ ਰਿਹਾ, ਜੇ ਕੁੱਕਰੀ ਦਾ ਪ੍ਰੋਗਰਾਮ ਕੀਤਾ ਹੈ ਤਾਂ ਉਹ ਇੱਕ ਜਿਹੜਾ ਹੈਗਾ ਤੁਹਾਡੀ ਐਪਲੀਕੇਸ਼ਨ ਨੂੰ ਜਿਹੜੀ ਅਪਰੂਵਲ ਤੱਕ ਲੈ ਕੇ ਜਾਣ 'ਚ ਬਹੁਤ ਵੱਡਾ ਸਹਾਈ ਹੁੰਦੇ ਨੇ। ਅੱਛਾ, ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਕੁੱਕਰੀ ਵਾਲੇ ਬੜੇ ਸੁਣਦੇ ਆ। ਹਾਂਜੀ, ਉੱਥੋਂ ਕਿੰਨਾ ਕੁ ਸੁਖਾਲਾ ਹੈ ਜਾਂ ਉੱਥੋਂ ਵੀ ਔਖਾ ਹੀ ਹੈ ਜੀ ਆਉਣਾ, ਜੀ ਕੋਰਸ ਡਿਪਲੋਮਾ ਕੀਤਾ? ਪ੍ਰੋਸੈਸਿੰਗ ਇਸ ਵਕਤ ਉੱਥੇ ਬੜੀ ਫਾਸਟ ਹੈ ਜੀ। ਅੱਛਾ ਜੀ। ਕਿਉਂਕਿ ਬਾਕੀ ਸਾਰੇ ਜਗ੍ਹਾ ਤੇ ਆਪਾਂ ਨੂੰ ਪਤਾ ਹੈ ਕਿ ਕੋਵਿਡ ਦੇ ਕੇਸ ਜਿਹੜੇ ਸੀਗੇ ਉਹ ਬਹੁਤ ਵਧ ਗਏ ਸੀ ਪਿਛਲੇ ਸਮੇਂ ਦੌਰਾਨ, ਖਾਸ ਤੌਰ ਤੇ ਇੰਡੀਆ ਦੇ ਵਿੱਚ। ਇਸੇ ਕਰਕੇ ਜਿਹੜੀ ਪ੍ਰੋਸੈਸਿੰਗ ਹੈਗੀ ਆ ਵਰਕ ਪਰਮਿਟਸ ਦੀ ਬੜੀ ਸਲੋ ਕੀਤੀ ਹੋਈ ਹੈ। ਪਰ ਜਿਹੜਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਹੈ ਜੀ, ਉੱਥੋਂ ਜਿਹੜੀ ਐਪਲੀਕੇਸ਼ਨ ਪ੍ਰੋਸੈਸਿੰਗ ਹੈ ਇਸ ਵਕਤ ਲੈਸ ਦੈਨ ਮੰਥ ਹੈ ਜੀ। ਅੱਛਾ ਜੀ। 1 ਮਹੀਨੇ ਦੇ ਵਿੱਚ ਡਿਸੀਜ਼ਨ ਆਉਂਦਾ ਹੈ, ਕਿਉਂਕਿ ਉਹਨਾਂ ਨੇ ਜਿਹੜਾ ਕੋਵਿਡ ਹੈਗਾ ਉਹ ਖਤਮ ਕਰ ਚੁੱਕੇ ਆ ਅਤੇ ਬਾਹਰੋਂ ਵੀ ਜਿਹੜੀਆਂ ਸਟ੍ਰਿਕਟ ਜਿਹੜੀਆਂ ਰਿਗਰਸ ਉਹਨਾਂ ਦੀਆਂ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ। ਸੋ ਇਸ ਕਰਕੇ ਜਿਹੜਾ ਉੱਧਰੋਂ ਐਪਲੀਕੇਸ਼ਨ ਜਿਹੜੀ ਪ੍ਰੋਸੈਸਿੰਗ ਆ ਬੜੀ ਸਲੋ ਬੜੀ ਫਾਸਟ ਹੈ ਜੀ ਇਸ ਵਕਤ। ਜੇਕਰ ਕੋਈ ਵੀ ਬੰਦਾ ਜਿਹੜਾ ਸਕਿਲਡ ਟ੍ਰੇਡ ਨਾਲ ਡੀਲ ਕਰਦਾ ਹੈ ਜਾਂ ਜਿਸ ਕੋਲ ਕੋਈ ਵੀ ਕੈਟੇਗਰੀ ਦੇ ਵਿੱਚ ਤਜਰਬਾ ਹੈਗਾ ਆ, ਉਹ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਫਾਈਲ ਆਉਂਦਾ ਤਾਂ ਉਹਦਾ ਬਹੁਤ ਜਲਦੀ ਡਿਸੀਜ਼ਨ ਆਉਂਦਾ ਜੀ। ਅੱਛਾ, ਉਹਨਾਂ ਦਾ ਮੈਨੂੰ ਲੱਗਦਾ ਉੱਥੇ ਸ਼ੱਕ ਦੀ ਨਜ਼ਰ ਨਾਲ ਵੀ ਘੱਟ ਦੇਖਿਆ ਜਾਂਦਾ ਹੁਣ। ਹਾਂਜੀ, ਕਿਉਂਕਿ ਜਿਹੜੀ ਮੋਸਟਲੀ ਜਿਹੜੇ ਕਾਲਜਸ ਯੂਨੀਵਰਸਿਟੀਜ਼ ਹੈਗੇ ਆ ਜੀ, ਉਹਨਾਂ ਦੇ ਵਿੱਚੋਂ ਕੰਪਲੀਸ਼ਨ ਦਾ ਜੇਕਰ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਆ ਤੇ ਨਾਲ ਤੁਹਾਡੇ ਕੋਲ ਤਜਰਬਾ ਹੈ ਤਾਂ ਉਹ ਐਪਲੀਕੇਸ਼ਨ ਜਿਹੜੀ, ਕਿਉਂਕਿ ਇੰਗਲਿਸ਼ ਸਪੀਕਿੰਗ ਕੰਟਰੀ ਹੈ ਜੀ ਉਹ, ਬਿਲਕੁਲ ਇੱਥੋਂ ਵਾਂਗੂ ਉੱਥੇ ਇੰਗਲਿਸ਼ ਚੱਲਦੀ ਹੈ, ਤਾਂ ਉਹਦੇ ਵਿੱਚ ਫਿਰ ਆਫਿਸਰ ਨੂੰ ਵੀ ਕੋਈ ਸ਼ੱਕ ਨਹੀਂ ਰਹਿੰਦਾ ਜੀ, ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਨੇ ਬੜੇ ਵਧੀਆ ਜੈਨੂਅਨ ਜਿਹੜਾ ਹੈਗਾ ਐਕਸਪੀਰੀਅੰਸ ਤੇ ਤਜਰਬਾ ਲਿਆ ਹੁੰਦਾ ਜੀ। ਕਿਉਂਕਿ ਮੋਸਟਲੀ ਜਦੋਂ ਸ਼ੱਕ ਇੰਡੀਅਨ ਜਿਹੜਾ ਤਜਰਬਾ ਜੀ ਉਹਦੇ ਤੇ ਸ਼ੱਕ ਕੀਤਾ ਜਾਂਦਾ ਹੈ, ਪਰ ਜਦੋਂ ਆਪਾਂ ਖਾਸ ਤੌਰ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਕੋਈ ਫਾਈਲ ਲੱਗਦੀ ਹੈ ਉਹ ਸ਼ੱਕੀ ਇਹ ਫਾਈਲ ਨਹੀਂ ਹੁੰਦੀ ਜੀ। ਅੱਛਾ, ਇਹ ਨਹੀਂ ਦੱਸੋ, ਜੇ ਨਿਊਜ਼ੀਲੈਂਡ ਆਸਟ੍ਰੇਲੀਆ ਵਾਲੀ ਫਾਈਲ ਸ਼ੱਕੀ ਨਹੀਂ ਸਮਝੀ ਜਾਂਦੀ ਤੇ ਜਿਹੜੀ ਦੁਬਈ ਤੋਂ ਹੈ, ਕਤਰ ਤੋਂ ਹੈ, ਅਰਬ ਕੰਟਰੀਆਂ ਦੇ ਵਿੱਚੋਂ ਜਿਹੜੇ ਡਰਾਈਵਰ ਨੇ ਜਾਂ ਸਕਿਲਡ ਵਰਕਰ ਨੇ, ਕਿ ਉਹ ਸ਼ੱਕੀ ਸਮਝੀ ਜਾਂਦੀ ਹੈ? ਨਹੀਂ ਜੀ, ਉਹ ਵੀ ਸ਼ੱਕੀ ਨਹੀਂ ਸਮਝੀ ਜਾਂਦੀ, ਕਿਉਂਕਿ ਜਿਹੜਾ ਉੱਥੋਂ ਦਾ ਵੀ ਜਿਹੜਾ ਸਿਸਟਮ ਹੈ ਜੀ ਉਹ ਬੜਾ ਸਟ੍ਰਿਕਟ ਸਿਸਟਮ ਹੈਗਾ ਆ। ਜੇ ਮੰਨ ਲਓ ਕਿਸੇ ਨੇ ਟਰੱਕ ਚਲਾਉਣਾ ਹੈ ਜੀ, ਤਾਂ ਟਰੱਕ ਦਾ ਜਿਹੜਾ ਲਾਇਸੈਂਸਿੰਗ ਜਿਹੜੀ ਹੈਗੀ ਆ ਉੱਥੋਂ ਦੀ, ਜਿਹੜੇ ਐਗਜ਼ਾਮਸ ਹੈਗੇ ਆ ਲਾਇਸੈਂਸਿੰਗ ਦੇ ਨਾਲ ਸੰਬੰਧਿਤ, ਉਹ ਬਹੁਤ ਸਖਤ ਨੇ ਜੀ। ਹਰੇਕ ਬੰਦਾ ਜਿਹੜਾ ਦੁਬਈ ਦਾ ਜਾਂ ਕਤਰ ਦਾ ਲਾਇਸੈਂਸ ਨਹੀਂ ਲੈ ਸਕਦਾ। ਸੋ ਇਸੇ ਕਰਕੇ ਜਿਹੜਾ ਹੈਗਾ ਉੱਧਰ ਤਰਜੀਹ ਦਿੱਤੀ ਜਾਂਦੀ ਹੈ, ਕਿਉਂਕਿ ਉੱਧਰ ਵੀ ਸੇਮ ਲਾਇਸੈਂਸਿੰਗ ਕੈਨੇਡਾ ਵਾਂਗੂ ਹੀ ਬੜਾ ਜਿਹੜਾ ਹੈਗਾ ਰਿਗਰਸ ਜਿਹੜਾ ਉਹਨਾਂ ਦਾ ਆਪਣਾ ਐਗਜ਼ਾਮ ਰੱਖਿਆ ਗਿਆ ਹੈਗਾ ਜੀ। ਪਰਖਣ ਦਾ ਜਿਹੜਾ ਉਹਨਾਂ ਦਾ ਸਿਸਟਮ ਹੈਗਾ ਉਹ ਸੇਮ ਕੈਨੇਡਾ ਵਾਂਗੂ ਆ। ਦੂਸਰਾ ਜਿਹੜੇ ਵਹੀਕਲ ਹੈਗੇ ਆ, ਜਿਹੜੇ ਟਰੱਕ ਹੈਗੇ ਆ, ਆਪਣੇ ਵਾਂਗੂ ਜਿਹੜੇ ਫਰੇਟ ਲਾਈਨਰ, ਵੋਲਵੋ ਜਾਂ ਜਿਹੜੇ ਕੈਨਵਰਥ ਦੇ ਟਰੱਕ ਹੈਗੇ, ਸਾਰੇ ਉਹੀ ਟਰੱਕ ਉੱਧਰ ਚੱਲਦੇ ਆ ਜੀ। ਸੋ ਜਿਹੜੀ ਮਸ਼ੀਨਰੀ ਆ ਉਹ ਵੀ ਸੇਮ ਹੈ ਜੀ, ਰੂਲ ਰੈਗੂਲੇਸ਼ਨ ਵੀ ਸੇਮ ਆ, ਬੜੀ ਸਖਤ ਆ। ਟ੍ਰੈਫਿਕ ਦੇ ਨਿਯਮ ਆ ਜਿਹੜੇ ਉਹ ਸੇਮ ਆਪਣੇ ਵਾਂਗੂ ਸਖਤ ਨੇ ਜੀ। ਟਿਕਟਿੰਗ ਸਿਸਟਮ ਹੈਗਾ ਕਿ ਜੇ ਤੁਸੀਂ ਓਵਰ ਸਪੀਡ ਜਾਂਦੇ ਆ ਟਿਕਟ ਮਿਲਦੀ ਹੈਗੀ ਆ। ਇੰਸਪੈਕਸ਼ਨ ਦਾ ਸੇਮ ਜਿਹੜਾ ਸਿਸਟਮ ਹੈਗਾ ਜੀ। ਸੋ ਇਸ ਕਰਕੇ ਜਿਹੜੇ ਉੱਧਰਲੇ ਡਰਾਈਵਰਸ ਹੈਗੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਆ ਅਤੇ ਉਹਨਾਂ ਦੇ ਕਿਸੇ ਵੀ ਐਕਸਪੀਰੀਅੰਸ ਦੇ ਉੱਪਰ ਸ਼ੱਕ ਵੀ ਨਹੀਂ ਕੀਤਾ ਜਾਂਦਾ ਜੀ, ਕਿਉਂਕਿ ਜਿਹੜਾ ਵੀਜ਼ਾ ਵੀ ਹੁੰਦਾ ਜੀ, ਜਿਵੇਂ ਆਪਾਂ UAE ਜਾਂ ਨਾਲ ਸੰਬੰਧਿਤ ਕੰਟਰੀਆਂ ਦੇ ਵੀਜ਼ਾਸ ਦੇਖਦੇ ਆ ਤੇ ਜਿਹੜਾ ਵੀਜ਼ਾ ਲੱਗਦਾ ਉਹਦੇ ਉੱਪਰ ਆਕੂਪੇਸ਼ਨ ਦਾ ਨਾਮ ਵੀ ਲਿਖਿਆ ਹੁੰਦਾ ਜੀ। ਤੁਸੀਂ ਉਸ ਆਕੂਪੇਸ਼ਨ 'ਚ ਹੀ ਮੋਸਟਲੀ ਕੰਮ ਕਰਦੇ ਆ। ਜੇ ਟਰੱਕ ਡਰਾਈਵਰ ਦਾ ਵੀਜ਼ਾ ਤਾਂ ਤੁਸੀਂ ਜ਼ਿਆਦਾ ਟਰੱਕ ਡਰਾਈਵਰ ਹੀ ਕੰਮ ਕਰ ਰਹੇ ਹੁੰਦੇ ਆ। ਸੋ ਉਹਦੀਆਂ ਚੀਜ਼ਾਂ ਹੈਗੀਆਂ ਜੀ ਉਹ ਸ਼ੱਕ ਦੇ ਘੇਰੇ ਉਸਨੂੰ ਬਾਹਰ ਲਿਆਉਂਦੀਆਂ ਤੇ ਵੀਜ਼ਾ ਲੱਗਣ ਦੇ ਚਾਂਸ ਜ਼ਿਆਦਾ ਜਿਹੜੇ ਹੈਗੇ ਆ, ਖਾਸ ਤੌਰ ਤੇ ਟਰੱਕ ਡਰਾਈਵਰਸ ਦੇ, ਉਹ UAE 'ਚ ਬਹੁਤ ਜ਼ਿਆਦਾ ਵੀਜ਼ਾ ਲੱਗਦਾ ਜੀ। ਅੱਛਾ, ਜੇ ਪੰਜਾਬ ਇੰਡੀਆ 'ਚੋਂ ਮੋਸਟਲੀ ਜੇ ਆਪਾਂ, ਕਿਉਂਕਿ ਉਹਨਾਂ ਨੇ ਆਉਣਾ ਜਾਂ ਤਰਜੀਹ ਦੇਣੀ ਆ ਪ੍ਰੋਗਰਾਮ ਦੇਖ ਕੇ, ਉਹਨਾਂ ਨੂੰ ਇਸ ਘੇਰੇ ਤੋਂ ਬਾਹਰ ਰਹਿਣ ਦੇ ਵਾਸਤੇ ਕੀ ਸਲਾਹ ਹੈ ਕਿ ਉਹ ਸ਼ੱਕ ਦੇ ਘੇਰੇ 'ਚ ਨਾ ਆਉਣ? ਦੇਖੋ ਜੀ, ਮੈਂ ਆਕੂਪੇਸ਼ਨ ਵਾਈਜ਼ ਸਲਾਹ ਦੇ ਸਕਦਾ ਹਾਂ ਕਿ ਜੇ ਤੁਸੀਂ ਐਜ਼ ਅ ਟਰੱਕ ਡਰਾਈਵਰ ਆਉਣਾ ਚਾਹੁੰਦੇ ਆ ਤਾਂ ਮੈਂ ਕਹੂੰਗਾ ਕਿ ਤੁਸੀਂ ਲਾਜ਼ਮੀ ਕਿਸੇ ਹੋਰ ਕੰਟਰੀ ਦੇ ਵਿੱਚੋਂ ਅਪਲਾਈ ਕਰੋ ਤੇ ਉੱਥੋਂ ਦਾ ਤਜਰਬਾ ਪਹਿਲਾਂ ਹਾਸਲ ਕਰ ਲਓ। ਜਿਵੇਂ ਕੋਈ ਦੁਬਈ ਦੇ ਵਿੱਚ 2 ਸਾਲ ਟਰੱਕ ਚਲਾ ਚੁੱਕਾ ਹੈ ਜਾਂ ਕਤਰ 'ਚੋਂ ਚਲਾ ਚੁੱਕਾ ਹੈ ਜਾਂ ਕਿਸੇ ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ ਦੇ ਵਿੱਚ ਇਹਨੇ ਟਰੱਕ ਚਲਾਇਆ ਹੈ, ਉਹਦੇ ਵੀਜ਼ਾ ਲੱਗਣ ਦੇ ਚਾਂਸ ਜਿਹੜੇ ਹੈਗੇ 80% ਜ਼ਿਆਦਾ ਹੈ ਜਿਹੜਾ ਬੰਦਾ ਇੰਡੀਆ ਦੇ ਵਿੱਚੋਂ ਅਪਲਾਈ ਕਰਦਾ ਹੈ। ਉਵੇਂ ਜਿਹੜੇ ਹੋਰ ਆਕੂਪੇਸ਼ਨਸ ਹੈਗੇ ਜਿਵੇਂ ਕੁੱਕ, ਸ਼ੈਫ ਹੈਗੇ ਆ, ਪਲੰਬਰ, ਕਾਰਪੈਂਟਰ, ਵੈਲਡਰ, ਪਾਈਪ ਫਿਟਰ, ਇਹ ਸਾਰੇ ਜਿਨ੍ਹਾਂ ਨੇ ਸਿੰਗਾਪੁਰ, ਮਲੇਸ਼ੀਆ ਦੇ ਵਿੱਚੋਂ ਤਜਰਬਾ ਲਿਆ ਹੋਇਆ ਹੈ, ਉਹ ਜ਼ਿਆਦਾ ਜਿਹੜੇ ਵੀਜ਼ਾ ਲੱਗਣ ਦੇ ਚਾਂਸਸ ਆ। ਮੈਂ ਇੱਥੇ ਇਹ ਨਹੀਂ ਕਹਿੰਦਾ, ਮੈਂ ਇਹਨਾਂ ਨੂੰ ਓਵਰ ਰੂਲ ਨਹੀਂ ਕਰਦਾ ਕਿ ਇੰਡੀਆ ਦਾ ਬਿਲਕੁਲ ਹੀ ਨਹੀਂ ਮੰਨਿਆ ਜਾਂਦਾ। ਬਹੁਤ ਸਾਰੇ ਜਿਹੜੇ ਐਪਲੀਕੈਂਟਸ ਹੈਗੇ ਉਹਨਾਂ ਦਾ ਬੜਾ ਜੈਨੂਇਨ ਐਕਸਪੀਰੀਅੰਸ ਹੈ ਐਂਡ ਕੰਪਨੀਆਂ ਬੜੀਆਂ ਵੱਡੀਆਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੋਇਆ ਹੈ ਐਂਡ ਮੋਰ ਓਵਰ ਕਈ ਵਾਰੀ ਸੈਲਫ ਇੰਪਲੋਇਡ ਕੰਮ ਹੁੰਦਾ ਜੀ। ਕੋਈ ਬੰਦਾ ਆਪਣੀ ਪਲੰਬਿੰਗ ਕੰਪਨੀ ਚਲਾ ਰਿਹਾ, ਕੋਈ ਆਪਣੀ ਕਾਰਪੈਂਟਰੀ ਕੰਪਨੀ ਚਲਾ ਰਿਹਾ, ਜਿਹਦੇ ਵਿੱਚ ਉਹਨੇ ਟੈਕਸ ਰਿਟਰਨਸ ਫਾਈਲ ਕੀਤੀਆਂ ਹੋਈਆਂ ਆ, ਉਹਦੇ ਕੋਲੇ ਹੋਰ ਤਜਰਬਾ ਹੈਗਾ, ਜਾਂ ਜਿਵੇਂ ਬੈਂਕਿੰਗ ਦੇ ਰਿਲੇਟਡ ਉਹਦੇ ਕੋਲ ਡਾਕੂਮੈਂਟਸ ਹੈਗੇ, ਉਹਦੀ ਸੈਲਰੀ ਉਹਦੇ ਅਕਾਊਂਟ 'ਚ ਜਾ ਰਹੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਪੋਜ਼ਿਟਿਵ ਵੇ ਨਾਲ ਵੇਖੀਆਂ ਜਾਂਦੀਆਂ ਜਦੋਂ ਵੀਜ਼ਾ ਅਪਲਾਈ ਹੁੰਦਾ ਜੀ। ਸੋ ਬਾਈ ਜੀ, ਗੱਲਬਾਤ ਕਰਦਿਆਂ ਸਮਾਂ ਲਗਭਗ ਸਮਾਪਤ ਹੋ ਗਿਆ। ਜਾਣ ਤੋਂ ਪਹਿਲਾਂ ਜਿਹੜੇ ਦਰਸ਼ਕ ਵੇਖ ਸੁਣ ਰਹੇ ਨੇ
ਉਹਨਾਂ ਨੂੰ ਆਪਣਾ ਫੋਨ ਨੰਬਰ, ਆਪਣਾ ਕੰਟੈਕਟ ਨੰਬਰ ਜ਼ਰੂਰ ਦਿਓ ਜੀ। ਹਾਂਜੀ, ਸਾਡਾ ਜਿਹੜਾ ਫੋਨ ਨੰਬਰ ਹੈਗਾ ਜੀ ਉਹ ਆਫਿਸ ਦਾ ਹੈਗਾ 7785655399। ਮੇਰਾ ਪਰਸਨਲ WhatsApp ਦਾ ਨੰਬਰ ਹੈਗਾ ਜੀ 7782463637। ਜਿਹੜੀ ਬਾਕੀ ਦੀ ਜਾਣਕਾਰੀ ਹੈਗੀ ਸਾਨੂੰ ਮਿਲਣ ਦੀ, ਜਾਂ ਸਾਡਾ ਐਡਰੈਸ ਲੈਣਾ ਹੈ, visalink.ca ਤੋਂ ਜਾ ਕੇ ਵੀ ਲਿਆ ਜਾ ਸਕਦਾ ਹੈ। ਸਰੀ ਦੇ ਵਿੱਚ ਸਾਡਾ ਮੇਨ ਆਫਿਸ ਹੈ ਜੀ। ਸੋ ਧੰਨਵਾਦ ਜੀ ਤੁਹਾਡਾ ਸਮਾਂ ਕੱਢਣ ਵਾਸਤੇ ਤੇ ਇਸ ਕੀਮਤੀ ਜਾਣਕਾਰੀ ਵਾਸਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਇਹ ਸਨ ਵੀਜ਼ਾ ਲਿੰਕ ਤੋਂ ਗੁਰਮੀਤ ਸਿੱਧੂ ਸਾਹਿਬ, ਜਿਨ੍ਹਾਂ ਨੇ ਪੁਖਤਾ ਜਾਣਕਾਰੀ ਦਿੱਤੀ ਹੈ ਕਿ ਜੇਕਰ ਤੁਸੀਂ ਕਾਮੇ ਸੱਦਣਾ ਚਾਹੁੰਦੇ ਹੋ ਜਾਂ ਕਾਮੇ ਦੇ ਤੌਰ ਤੇ ਕੈਨੇਡਾ ਵਿੱਚ ਆਉਣਾ ਚਾਹੁੰਦੇ ਹੋ, ਕੰਮ ਵਾਲਿਆਂ ਨੂੰ ਤੇ ਦੋਵੇਂ ਧਿਰਾਂ ਨੂੰ ਕਿਹੋ ਜਿਹੀਆਂ ਤਿਆਰੀਆਂ ਕਿੰਨੀ ਕੁ ਦੇਰ ਪਹਿਲਾਂ ਕਰਨੀਆਂ ਚਾਹੀਦੀਆਂ ਨੇ, ਤੇ ਸ਼ੱਕ ਦੇ ਘੇਰੇ ਤੋਂ ਬਾਹਰ ਰਹਿਣ ਦੇ ਵਾਸਤੇ ਕਿਹੜੇ-ਕਿਹੜੇ ਬੰਦੋਬਸਤ ਪੁਖਤਾ ਕਰਨੇ ਚਾਹੀਦੇ ਨੇ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਲਾਹੇਵੰਦ ਸਾਬਤ ਹੋਏਗੀ। ਸਮਾਂ ਸਮਾਪਤ ਹੈ, ਸਕਰੀਨ ਤੇ ਨੰਬਰ ਦਿੱਤੇ ਜਾ ਰਹੇ ਹੈ, ਤੁਸੀਂ ਵੀਜ਼ਾ ਲਿੰਕ ਦੇ ਨਾਲ ਸੰਪਰਕ ਕਰ ਸਕਦੇ ਹੋ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਤੇਰਾ ਬਰਾਖਾ। ਤੁਸੀਂ ਦੇਖਦੇ ਰਹੋ ਸਾਂਝਾ TV।